ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੀਲਿੰਗ ਵਿਦ ਗੁਰਬਾਣੀ ਦੇ ਅਸੀਂ ਇੰਟਰੋਡਕਟਰੀ ਐਪੀਸੋਡ ਦੇ ਅੰਦਰ ਅਸੀਂ ਇਹ ਸਮਝਿਆ ਸੀ ਕਿ ਸਾਡੀਆਂ 90% ਬਿਮਾਰੀਆਂ ਜਿਹੜੀਆਂ ਨੇ ਉਹ ਸਾਈਕੋਸੋਮੈਟਿਕ ਨੇ, ਭਾਵ ਮੇਰੀਆਂ ਸੋਚਾਂ ਤੇ ਮੇਰੀਆਂ ਵਿਚਾਰਾਂ ਦੇ ਕਾਰਨ ਨੇ। ਸੋ ਇਸ ਲਈ ਜ਼ਰੂਰੀ ਹੈ ਕਿ ਅਸੀਂ ਇਹ ਸਮਝੀਏ ਕਿ ਇਹ ਸੋਚਾਂ ਤੇ ਇਹ ਵਿਚਾਰਾਂ ਦੀ ਵੁਕਤ ਕੀ ਹੈ। ਸੋ ਸਾਡਾ ਜਿਹੜਾ ਇਹ ਸਰੀਰ ਹੈ ਇਹ ਛੋਟੇ ਛੋਟੇ ਸੈਲਸ ਤੋਂ ਬਣਿਆ ਹੋਇਆ ਹੈ ਤੇ ਹਰ ਇੱਕ ਸੈੱਲ ਦਾ ਇੱਕ ਨਿਊਕਲੀਅਸ, ਇੱਕ ਬ੍ਰੇਨ ਹੁੰਦਾ ਹੈ। ਸਾਡਾ ਹਰ ਇੱਕ ਸੈੱਲ ਸਾਡੀ ਹਰ ਇੱਕ ਵਿਚਾਰ ਨੂੰ ਸੁਣਦਾ ਹੈ ਤੇ ਉਸ ਨੂੰ ਰਿਐਕਟ ਵੀ ਕਰਦਾ ਹੈ। ਇਹ ਰਿਐਕਸ਼ਨ ਕਿਵੇਂ ਕਰਦਾ ਹੈ? ਇਹ ਰਿਐਕਸ਼ਨ ਹੁੰਦਾ ਹੈ ਸਾਡੇ ਅੰਦਰ ਹਾਰਮੋਨਸ ਤੇ ਐਂਜ਼ਾਈਮ ਪੈਦਾ ਹੁੰਦੇ ਨੇ। ਜਦੋਂ ਸਾਡੇ ਵਿਚਾਰਾਂ ਦੇ ਵਿੱਚ ਲਵ, ਗ੍ਰੈਟੀਟਿਊਡ, ਕੰਪੈਸ਼ਨ, ਟਰੂਥ, ਓਨੈਸਟੀ ਵਰਗੇ ਗੁਣ ਹੁੰਦੇ ਹਨ ਨਾ, ਤਾਂ ਸਾਡੇ ਅੰਦਰ ਹੈਪੀ ਹਾਰਮੋਨਸ ਪੈਦਾ ਹੁੰਦੇ ਨੇ। ਪਰ ਜਦੋਂ ਸਾਡੇ ਵਿਚਾਰਾਂ ਦੇ ਵਿੱਚ ਗੁੱਸਾ, ਕ੍ਰੋਧ, ਖਟਾਸ, ਈਰਖਾ ਹੁੰਦੀ ਹੈ ਨਾ, ਤਾਂ ਅਸੀਂ ਬੜੇ ਬੇਚੈਨ ਅਤੇ ਰੈਸਟਲੈਸ ਹੋ ਜਾਂਦੇ ਹਾਂ, ਕਿਉਂਕਿ ਉਸ ਵਕਤ ਸੈਡ ਹਾਰਮੋਨਸ ਪੈਦਾ ਹੁੰਦੇ ਨੇ। ਹੁਣ ਇਹ ਕਿਰਿਆ ਸਾਡੇ ਨਾਲ ਹਰ ਰੋਜ਼ ਹਮੇਸ਼ਾ ਹੁੰਦੀ ਰਹਿੰਦੀ ਹੈ, ਪਰ ਅਸੀਂ ਇਸ ਦੇ ਉੱਤੇ ਧਿਆਨ ਨਹੀਂ ਦਿੰਦੇ। ਜਿਵੇਂ ਅਸੀਂ ਦੇਖਦੇ ਹਾਂ ਕਿ ਇੱਕ ਮਾਂ ਦਾ ਜਦੋਂ ਬੱਚਾ ਬਿਮਾਰ ਹੋ ਜਾਂਦਾ ਹੈ ਨਾ, ਤੇ ਉਸਦੀ ਭੁੱਖ, ਉਸਦਾ ਚੈਨ, ਉਸਦੀ ਨੀਂਦ, ਉਸਦਾ ਸਕੂਨ ਸਭ ਖਤਮ ਹੋ ਜਾਂਦਾ ਹੈ। ਘਰ ਵਿੱਚ ਜਦੋਂ ਕੋਈ ਬੁਰੀ ਖਬਰ ਆ ਜਾਂਦੀ ਹੈ ਜਾਂ ਕੋਈ ਕਲੋਜ਼ ਫੈਮਿਲੀ ਮੈਂਬਰ ਦੀ ਡੈਥ ਹੋ ਜਾਂਦੀ ਹੈ ਨਾ, ਤਾਂ ਘਰ ਦੇ ਵਿੱਚ ਕੁਝ ਲੋਕਾਂ ਦਾ ਜਿਹੜਾ ਹੁੰਦਾ ਹੈ ਉਹ ਐਸਿਡਿਟੀ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਹੋਰ ਅੰਦਰ ਦੇ ਬਹੁਤ ਸਾਰੇ ਕੈਮੀਕਲਸ ਜਿਹੜੇ ਨੇ ਨਾ, ਉਹ ਉੱਪਰ ਨੀਚੇ ਹੋ ਜਾਂਦੇ। ਹੁਣ ਤੁਸੀਂ ਆਮ ਕਰਕੇ ਦੇਖਿਆ ਹੋਣਾ ਕਿ ਇੱਕ ਐਥਲੀਟ ਜਦੋਂ ਜਿੱਤ ਜਾਂਦਾ ਹੈ ਨਾ, ਤੇ ਉਸਦੇ ਅੰਦਰ ਉਹਦੀ ਐਨਰਜੀ ਮਲਟੀਪਲਾਈ ਕਰ ਜਾਂਦੀ ਹੈ। ਉਹ ਆਪਣੇ ਦੇਸ਼ ਦਾ ਝੰਡਾ ਲੈ ਕੇ 2-3 ਚੱਕਰ ਹੋਰ ਕੱਟ ਦਿੰਦਾ ਹੈ। ਪਰ ਉਸੇ ਹੀ ਰੇਸ ਦੇ ਵਿੱਚ ਜਿਹੜਾ ਐਥਲੀਟ ਪਿੱਛੇ ਰਹਿ ਜਾਂਦਾ ਹੈ ਨਾ, ਉਸ ਨੂੰ ਥਕਾਵਟ ਔਰ ਪੇਨ ਜ਼ਿਆਦਾ ਮਹਿਸੂਸ ਹੁੰਦੀ ਹੈ। ਠੀਕ ਇਸੇ ਤਰ੍ਹਾਂ ਜਿਹੜੇ ਵਾਰ ਦੇ ਵਿੱਚ ਜਿਹੜੇ ਸਿਪਾਹੀ ਜਿੱਤ ਜਾਂਦੇ ਨੇ ਨਾ, ਉਹਨਾਂ ਦੇ ਵੱਡੇ ਜ਼ਖਮਾਂ ਦੀ ਹੀਲਿੰਗ ਵੀ ਬਹੁਤ ਜਲਦੀ ਹੋ ਜਾਂਦੀ ਹੈ, ਜਦਕਿ ਹਾਰਨ ਵਾਲੀ ਪਾਰਟੀ ਦੇ ਜਿਹੜੇ ਸਿਪਾਹੀ ਨੇ ਨਾ, ਉਹਨਾਂ ਦੇ ਛੋਟੇ ਜ਼ਖਮ ਵੀ ਹੀਲਿੰਗ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੈਂਦੇ ਹਨ। ਕਿਉਂ ਹੁੰਦਾ ਹੈ ਇਸ ਤਰ੍ਹਾਂ? ਕਿਉਂਕਿ ਉਸ ਵਕਤ ਸਾਡੇ ਅੰਦਰ ਇੱਕ ਨੈਚੁਰਲ ਪੇਨ ਕਿਲਰ ਐਂਡੋਰਫਿਨ ਨਾਂ ਦਾ ਪੈਦਾ ਹੁੰਦਾ ਹੈ, ਔਰ ਇਹ ਐਂਡੋਰਫਿਨ ਜਿਹੜਾ ਹੈ ਇਹ ਅੰਦਰ ਜਿਹੜੀ ਹੈ ਸਾਡੇ ਅੰਦਰ ਦੀ ਸਾਰੀ ਪੇਨ ਖਤਮ ਕਰਕੇ ਐਨਰਜੀ ਪੈਦਾ ਕਰ ਦਿੰਦਾ ਹੈ। ਜਿਹੜਾ ਅਸੀਂ ਪੇਨ ਕਿਲਰ ਅਸੀਂ ਮਾਰਕੀਟ ਤੋਂ ਲੈ ਕੇ ਜਿਹੜਾ ਅਸੀਂ ਖਾਂਦੇ ਹਾਂ ਕੈਮਿਸਟ ਸ਼ਾਪ ਤੋਂ, ਉਹ ਪੇਨ ਕਿਲਰ ਸਾਡੀ ਕਿਡਨੀ, ਸਾਡੇ ਲਿਵਰ, ਸਾਡੀ ਇੰਟੈਸਟਾਈਨ ਵਾਲ ਨੂੰ ਡੈਮੇਜ ਕਰਦਾ ਹੈ। ਪਰ ਇਹ ਕੁਦਰਤ ਵਾਲਾ ਐਂਡੋਰਫਿਨ ਜਿਹੜਾ ਹੈ ਨਾ, ਇਹ ਸਾਡੇ ਅੰਦਰੋਂ ਪੇਨ ਹੀ ਨਹੀਂ, ਸਾਡੇ ਅੰਦਰ ਹੋਰ ਜ਼ਿਆਦਾ ਐਨਰਜੀ ਪੈਦਾ ਕਰ ਦਿੰਦਾ ਹੈ। ਹੁਣ ਇੱਕ ਮਾਂ ਜਿਹੜੀ ਆਪਣੇ ਬੱਚੇ ਦੀ ਬਿਮਾਰੀ ਦਾ ਸਟ੍ਰੈਸ ਲੈ ਕੇ ਆਪਣੀ ਭੁੱਖ, ਨੀਂਦ, ਚੈਨ ਜਿਹੜੀ ਹੈ ਗੁਆ ਬੈਠਦੀ ਹੈ, ਇਹੀ ਮਾਂ ਜਿਹੜੀ ਲੇਬਰ ਪੇਨ ਹੁੰਦੀ ਹੈ ਨਾ, ਉਹ ਲੇਬਰ ਪੇਨ ਨੂੰ ਬਹੁਤ ਵੱਡੀ ਪੇਨਸ ਦੇ ਵਿੱਚ ਕਾਊਂਟ ਕੀਤਾ ਜਾਂਦਾ ਹੈ। ਉਸਦੀ 57 ਡੈਲ ਯੂਨਿਟਸ ਜਿਹੜੀ ਹੈ ਵਿੱਚ ਉਸ ਨੂੰ ਨਾਪਿਆ ਜਾਂਦਾ ਹੈ। ਕਹਿਣ ਵਾਲੇ ਵਿਦਵਾਨ ਇਹ ਵੀ ਕਹਿੰਦੇ ਨੇ ਕਿ 20 ਹੱਡੀਆਂ ਟੁੱਟਣ ਦੇ ਬਰਾਬਰ ਜਿਹੜੀ ਪੇਨ ਹੁੰਦੀ ਹੈ, ਉਹ ਲੇਬਰ ਪੇਨ ਦੀ ਇੰਟੈਂਸਿਟੀ ਓਨੀ ਹੁੰਦੀ ਹੈ। ਹੁਣ ਉਸ ਵਕਤ ਉਸ ਮਾਂ ਦੇ ਅੰਦਰ ਐਂਡੋਰਫਿਨ ਐਂਡ ਆਕਸੀਟੋਸਿਨ ਨਾਮ ਦੇ ਲਵ ਹਾਰਮੋਨਸ ਪੈਦਾ ਹੁੰਦੇ ਨੇ ਤੇ ਉਹ ਉਸ ਪੇਨ ਨੂੰ ਬਰਦਾਸ਼ਤ ਕਰ ਲੈਂਦੀ ਹੈ। ਪਰ ਕਈ ਵਾਰੀ
ਲੇਬਰ ਪੇਨ ਦੇ ਦੌਰਾਨ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਕੁਝ ਮਾਵਾਂ ਜਿਹੜੀਆਂ ਨੇ ਉਹ ਸਟ੍ਰੈਸ ਇਨਸਿਕਿਉਰਿਟੀ ਦੇ ਅੰਦਰ ਚਲੀ ਜਾਂਦੀਆਂ ਤੇ ਉਹਨਾਂ ਦੇ ਅੰਦਰ ਪੋਸਟ ਡਿਲੀਵਰੀ ਡਿਪਰੈਸ਼ਨ ਦੇ ਵਿੱਚ ਆ ਜਾਂਦੀਆਂ ਨੇ। ਐਂਡ ਅੱਜ ਮੈਡੀਕਲ ਸਾਇੰਸ ਨੇ ਪ੍ਰੂਵ ਕਰ ਦਿੱਤਾ ਹੈ ਥਰੂ ਐਕਸਪੈਰੀਮੈਂਟਸ ਕਿ ਸਾਡੀਆਂ ਸੋਚਾਂ ਦੇ ਨਾਲ ਸਾਡੇ ਅੰਦਰ ਗੁੱਡ ਹਾਰਮੋਨਸ ਤੇ ਬੈਡ ਹਾਰਮੋਨਸ ਦੋਨੋਂ ਹੀ ਪੈਦਾ ਹੁੰਦੇ ਹਨ। ਉਹਨਾਂ ਨੇ ਇੱਕ ਐਕਸਪੈਰੀਮੈਂਟ ਕੀਤਾ ਕਿ ਇੱਕ ਕੈਦੀ ਜਿਸ ਨੂੰ ਮੌਤ ਦੀ ਸਜ਼ਾ ਮਿਲੀ ਸੀ, ਉਸ ਨੂੰ ਇਹ ਕਿਹਾ ਗਿਆ ਕਿ ਤੈਨੂੰ ਸੱਪ ਦੇ ਜ਼ਹਿਰ ਦੇ ਨਾਲ ਤੈਨੂੰ ਇਹ ਸਜ਼ਾ ਦਿੱਤੀ ਜਾਏਗੀ। ਉਸ ਦੀਆਂ ਅੱਖਾਂ ਦੇ ਉੱਤੇ ਉਹਨਾਂ ਨੇ ਪੱਟੀ ਬੰਨ੍ਹ ਦਿੱਤੀ ਤੇ ਸਿੰਪਲੀ 2 ਨੀਡਲਸ ਉਸ ਨੂੰ ਚੁਭਾਈਆਂ ਗਈਆਂ। ਐਂਡ ਕੁਝ ਟਾਈਮ ਬਾਅਦ ਉਸ ਕੈਦੀ ਦੀ ਡੈਥ ਹੋ ਜਾਂਦੀ ਹੈ। ਐਂਡ ਡੈਥ ਤੋਂ ਬਾਅਦ ਜਦੋਂ ਉਸ ਦਾ ਬਲੱਡ ਚੈੱਕ ਕੀਤਾ ਜਾਂਦਾ ਹੈ ਤੇ ਉਸ ਬਲੱਡ ਦੇ ਅੰਦਰ ਸੱਪ ਦਾ ਜ਼ਹਿਰ, ਉਹ ਵੈਨੋਮ ਪਾਇਆ ਜਾਂਦਾ ਹੈ। ਉਹ ਕਿੱਥੋਂ ਆਇਆ? ਉਹ ਉਸ ਕੈਦੀ ਦੇ ਸੋਚਣ, ਉਹਦੀ ਵਿਚਾਰਾਂ ਦੇ ਕਾਰਨ ਆਇਆ। ਇਸ ਤਰ੍ਹਾਂ ਦਾ ਹੀ ਇੱਕ ਐਕਸਪੈਰੀਮੈਂਟ ਇੱਕ ਕੁੱਤੇ ਦੇ ਉੱਤੇ ਵੀ ਕੀਤਾ ਗਿਆ। ਉਸ ਕੁੱਤੇ ਨੂੰ ਖਾਣਾ ਦੇਣ ਤੋਂ ਪਹਿਲੇ ਹਮੇਸ਼ਾ ਇੱਕ ਘੰਟੀ ਵਜਾਈ ਜਾਂਦੀ ਸੀ। ਹੁਣ ਕੁਝ ਟਾਈਮ ਤਿਕਨ ਸਾਇੰਟਿਸਟ ਨੇ ਕੀਤਾ, ਘੰਟੀ ਵਜਾਉਣ ਤੋਂ ਬਾਅਦ ਉਸ ਨੂੰ ਖਾਣਾ ਦਿੱਤਾ, ਪਰ ਕੁਝ ਟਾਈਮ ਬਾਅਦ ਉਹਨਾਂ ਨੇ ਘੰਟੀ ਤੇ ਵਜਾਈ ਪਰ ਉਸ ਨੂੰ ਖਾਣਾ ਨਹੀਂ ਦਿੱਤਾ। ਹੁਣ ਜਦੋਂ ਉਸ ਦੇ ਸਟਮਕ ਦੇ ਐਂਜ਼ਾਈਮ ਚੈੱਕ ਕੀਤੇ ਗਏ ਘੰਟੀ ਵੱਜਣ ਤੋਂ ਬਾਅਦ, ਤੇ ਉਸ ਦੀ ਸਟਮਕ ਦੇ ਵਿੱਚ ਉਹ ਡਾਈਜੈਸਟਿਵ ਐਂਜ਼ਾਈਮਸ ਪਾਏ ਗਏ। ਸੋ ਸਾਡੇ ਸੋਚਣ ਦੇ ਨਾਲ ਹੀ ਸਾਡੀ ਬਾਡੀ ਦੇ ਅੰਦਰ ਬਹੁਤ ਸਾਰੇ ਗੁੱਡ ਅਤੇ ਬੈਡ ਹਾਰਮੋਨਸ ਤੇ ਐਂਜ਼ਾਈਮਸ ਜਿਹੜੇ ਨੇ ਉਹ ਪੈਦਾ ਹੁੰਦੇ। ਹੁਣ ਇਹੀ ਗੱਲ ਪਾਤਸ਼ਾਹ ਸਾਨੂੰ ਗੁਰਬਾਣੀ ਸਮਝਾਉਂਦੇ ਨੇ ਕਿ ਚੰਗਿਆਈਆਂ ਬੁਰੀਆਈਆਂ ਵਾਚੇ ਧਰਮ ਹਦੂਰ। ਸਾਡਾ ਹਰ ਇੱਕ ਚੰਗੀ ਤੇ ਮੰਦੀ ਸੋਚ ਜਿਹੜੀ ਹੈ ਨਾ, ਉਹ ਅੰਦਰ ਬੈਠੇ ਧਰਮਰਾਜ, ਮੌਤ ਤੋਂ ਬਾਅਦ ਵਾਲੇ ਨਹੀਂ, ਅੰਦਰ ਬੈਠੇ ਜਿਹੜੇ ਧਰਮਰਾਜ ਨੇ ਉਹ ਸਾਡੀਆਂ ਹਰ ਇੱਕ ਵਿਚਾਰ ਨੂੰ ਪਰਖਦੇ ਨੇ। ਐਂਡ ਪਰਖਣ ਤੋਂ ਬਾਅਦ ਫਿਰ ਕੀ ਹੁੰਦਾ? ਕਰਮੀ ਆਪੋ ਆਪਣੀ, ਕਿਹ ਨੇੜੇ ਕੇ ਦੂਰ। ਹੁਣ ਕਹਿੰਦੇ ਨੇ ਕਿ ਸਾਡੀਆਂ ਵਿਚਾਰਾਂ ਤੋਂ ਸਾਡੇ ਐਕਸ਼ਨਸ ਨਿਕਲਦੇ ਨੇ, ਇਹ ਐਕਸ਼ਨ ਸਾਡੀ ਹੈਬਿਟਸ ਬਣਾਉਂਦੇ ਨੇ, ਇਹ ਹੈਬਿਟਸ ਸਾਡਾ ਕਿਰਦਾਰ ਕਰਦੀਆਂ ਨੇ। ਪਰ ਉਸ ਤੋਂ ਵੀ ਸਭ ਤੋਂ ਵੱਡੀ ਜਿਹੜੀ ਇੰਪੋਰਟੈਂਟ ਗੱਲ ਹੈ ਨਾ, ਸਾਡੀਆਂ ਵਿਚਾਰਾਂ ਤੋਂ ਸਾਡੀ ਇਮਿਊਨਿਟੀ ਜਿਹੜੀ ਹੈ ਉਹ ਬਣਦੀ ਹੈ। ਸੋ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਅਸੀਂ ਆਪਣੀਆਂ ਸੋਚਾਂ ਦੇ ਕਾਰਨ, ਆਪਣੇ ਵਿਚਾਰਾਂ ਦੇ ਕਾਰਨ ਹੀ ਆਪਣੀ ਇਮਿਊਨਿਟੀ ਦੇ ਨੇੜੇ ਹੋ ਜਾਂਦੇ ਆ ਔਰ ਆਪਣੀ ਇਮਿਊਨਿਟੀ ਤੋਂ ਦੂਰ ਹੋ ਜਾਂਦੇ ਆ। ਸੋ ਮੈਂ ਤੁਹਾਡੇ ਨਾਲ ਇੱਕ ਇਸੇ ਹੀ ਕਨਸੈਪਟ ਤੋਂ ਇੱਕ ਸਟੋਰੀ ਜਿਹੜੀ ਹੈ ਤੁਹਾਡੇ ਨਾਲ ਸਾਂਝ ਕਰਨਾ ਚਾਹੁੰਦੀ ਹਾਂ। ਇਹ ਸਟੋਰੀ ਤੁਹਾਨੂੰ ਗੂਗਲ ਵਿੱਚ ਵੀ ਮਿਲ ਜਾਏਗੀ। ਸਾਨੂੰ ਸਾਡੇ ਆਪਣੇ ਕਰਮਾਂ ਦਾ ਫਲ ਤੇ ਮਿਲਦਾ ਹੀ ਮਿਲਦਾ ਹੈ, ਪਰ ਅਸੀਂ ਸਮਾਜ ਦੇ ਵਿੱਚ, ਪਰਿਵਾਰ ਵਿੱਚ, ਦੇਸ਼ ਵਿੱਚ, ਦੁਨੀਆ ਵਿੱਚ ਇੱਕ ਦੂਸਰੇ ਦੇ ਵਿਚਾਰਾਂ ਦੇ ਨਾਲ ਵੀ ਜੁੜੇ ਹੋਏ ਹਾਂ। ਸੋ ਦੂਸਰਿਆਂ ਦੇ ਕਰਮ ਵੀ ਸਾਡੀ ਜ਼ਿੰਦਗੀ ਦੇ ਉੱਤੇ ਇਫੈਕਟ ਕਰਦੇ ਨੇ। ਸੋ ਇਹ ਕਹਾਣੀ ਜਿਹੜੀ ਹੈ ਇਹ ਹੈ ਲੂਇਸ ਹੇ, ਲਾਸ ਐਂਜਲਸ ਦੀ ਰਹਿਣ ਵਾਲੀ। ਸੋ ਇਸ ਦੀ ਪੂਰੀ ਜ਼ਿੰਦਗੀ ਜਿਹੜੀ ਹੈ ਬੜੀ ਸਟਰਗਲਸ ਵਾਲੀ ਸੀ। 5 ਸਾਲ ਦੀ ਹੀ ਸੀ ਤਾਂ ਇੱਕ ਪੜੋਸੀ ਨੇ ਇਸ ਦਾ ਰੇਪ ਕੀਤਾ ਸੀ। ਇਸ ਦੇ ਸਟੈਪ ਫਾਦਰ ਜਿਹੜੇ ਸੀ ਉਹ ਇਸ ਤੇ ਇਸ ਦੀ ਮਾਂ ਦੇ ਨਾਲ ਬਹੁਤ ਬੁਰਾ ਵਿਵਹਾਰ ਕਰਦੇ ਸੀ। 15 ਸਾਲ ਦੀ ਉਮਰ ਵਿੱਚ ਇਸ ਦੀ ਪੜ੍ਹਾਈ ਛੁੱਟ ਗਈ। 16 ਸਾਲ ਦੀ ਉਮਰ ਵਿੱਚ ਇਸਨੇ ਇੱਕ ਬੇਬੀ ਗਰਲ ਨੂੰ ਜਨਮ ਦਿੱਤਾ, ਪਰ ਇਸ ਨੂੰ ਉਹ ਬੇਬੀ ਗਰਲ ਅਡਾਪਸ਼ਨ ਸੈਂਟਰ ਵਿੱਚ ਦੇਣੀ ਪਈ। ਮੈਰਿਜ ਲਾਈਫ ਵੀ ਇਸ ਦੀ ਚੰਗੀ ਨਹੀਂ ਸੀ। 14 ਸਾਲ ਦੀ ਮੈਰਿਜ ਲਾਈਫ ਤੋਂ ਬਾਅਦ ਇਹਨਾਂ ਨੂੰ ਧੋਖਾ ਮਿਲਦਾ ਹੈ। ਉਸ ਤੋਂ ਬਾਅਦ ਇਹ ਕੀ ਕਰਦੇ ਨੇ ਕਿ 1970 ਦੇ ਵਿੱਚ ਇਹ ਇੱਕ ਚਰਚ ਦੇ ਅੰਦਰ ਜਿਹੜਾ ਹੈ ਇਹ ਰਿਲੀਜੀਅਸ ਸਾਇੰਸ ਪ੍ਰੈਕਟੀਸ਼ਨਰ ਬਣ ਜਾਂਦੇ ਨੇ ਤੇ ਲੋਕਾਂ ਨੂੰ ਮੋਟੀਵੇਟ ਕਰਨ ਲੱਗ ਜਾਂਦੇ ਨੇ। 50 ਸਾਲ ਦੀ ਉਮਰ ਵਿੱਚ ਲੂਇਸ ਹੇ ਨੂੰ
ਇਨਕਿਉਰੇਬਲ ਸਰਵਾਈਕਲ ਕੈਂਸਰ ਹੋ ਜਾਂਦਾ ਹੈ, ਜਿਸ ਦੇ ਬਾਰੇ ਡਾਕਟਰਸ ਉਸਨੂੰ ਜਵਾਬ ਦੇ ਦਿੰਦੇ ਨੇ। ਹੁਣ ਇਹ ਹਸਪੀਟਲ ਦੇ ਬੈੱਡ ਦੇ ਉੱਤੇ ਬੈਠ ਕੇ ਇਹ ਸੋਚਦੀ ਹੈ ਕਿ ਮੈਂ ਲੋਕਾਂ ਨੂੰ ਇੰਨਾ ਮੋਟੀਵੇਟ ਕੀਤਾ ਐਂਡ ਉਹ ਲੋਕ ਹੀਲ ਵੀ ਹੋ ਗਏ, ਤੇ ਕਿਉਂ ਨਾ ਮੈਂ ਅੱਜ ਉਹ ਸਾਰੀਆਂ ਚੀਜ਼ਾਂ ਆਪਣੇ ਉੱਤੇ ਅਪਲਾਈ ਕਰਾਂ। ਤੇ ਉਸਨੇ ਪਹਿਲਾ ਕੰਮ ਇਹ ਕੀਤਾ ਕਿ ਉਹ ਜਿਹੜੀ ਖਟਾਸ ਸੀ ਜੋ ਜ਼ਿੰਦਗੀ ਦੇ ਵਿੱਚ, ਜਿਸ ਉਹ ਸਾਰੇ ਬਿਟਰ ਐਕਸਪੀਰੀਅੰਸ ਜਿਹੜੇ ਉਸਦੇ ਮਨ ਦੇ ਅੰਦਰ ਸੀ, ਉਹ ਉਸਨੇ ਫੋਰਗਿਵ ਕਰ ਦਿੱਤੇ। ਹੁਣ ਮਾਫ ਕਰਨ ਤੋਂ ਭਾਵ ਇਹ ਨਹੀਂ ਹੁੰਦਾ ਕਿ ਅਸੀਂ ਉਸ ਸਾਹਮਣੇ ਵਾਲੇ ਆਦਮੀ ਨੂੰ ਗਏ ਜਾਂ ਉਸ ਨੂੰ ਗਲੇ ਲਗਾਇਆ। ਮਾਫੀ ਦਾ ਮਤਲਬ ਪਤਾ ਕੀ ਹੁੰਦਾ, ਜਦੋਂ ਸਾਡੇ ਨਾਲ ਕੋਈ ਬੁਰਾ ਵਿਵਹਾਰ ਕਰਦਾ ਹੈ ਤਾਂ ਕੁਝ ਖਟਾਸ ਜਿਹੜੀ ਹੈ ਨਾ ਉਹ ਸਾਡੇ ਅੰਦਰ ਇਕੱਠੀ ਹੁੰਦੀ ਰਹਿੰਦੀ ਹੈ। ਇੱਕ ਗੁੱਸਾ, ਇੱਕ ਖਟਾਸ, ਇੱਕ ਰਿਵੈਂਜ ਸਾਡੇ ਅੰਦਰ ਭਰ ਜਾਂਦੀ ਹੈ। ਸੋ ਲੂਇਸ ਹੇ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਉਹ ਜਿਤਨੀ ਵੀ ਖਟਾਸ ਜਿਹੜੀ ਸੀ ਉਹ ਆਪਣੇ ਜੀਵਨ ਵਿੱਚੋਂ ਹਟਾਈ ਤੇ ਆਪਣੇ ਅੰਦਰ ਉਹਨੇ ਗ੍ਰੈਟੀਟਿਊਡ, ਉਹ ਸ਼ੁਕਰਾਨੇ ਦੀ ਭਾਵਨਾ, ਰਾਜ਼ਾ ਵਿੱਚ ਰਹਿਣ ਦੀ ਭਾਵਨਾ ਜਿਹੜੀ ਹੈ ਉਹ ਉਸਨੇ ਆਪਣੇ ਅੰਦਰ ਪੈਦਾ ਕੀਤੀ। ਤੇ ਰਿਜ਼ਲਟ ਇਹ ਹੋਇਆ ਕਿ ਬਿਨਾਂ ਕਿਸੇ ਕੀਮੋ ਐਂਡ ਬਿਨਾਂ ਕਿਸੇ ਸਰਜਰੀ ਦੇ 6 ਮਹੀਨੇ ਦੇ ਅੰਦਰ ਉਸਦੇ ਸਰੀਰ ਦੇ ਅੰਦਰੋਂ ਹਰ ਇੱਕ ਕੈਂਸਰ ਦਾ ਜਰਮਸ ਜਿਹੜੇ ਸੀ ਉਹ ਮਰ ਚੁੱਕੇ ਸੀ। ਪਾਤਸ਼ਾਹ ਜੀ ਤੇ ਗੁਰਬਾਣੀ ਵਿੱਚ ਇਹ ਸਮਝਾਉਂਦੇ ਨੇ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਕਿ ਜਿਹੜੇ ਤੇਰੇ ਨਾਲ ਦੁਰਵਿਵਹਾਰ ਕੀਤੇ ਨਾ ਉਹਨਾਂ ਦੇ ਵਾਸਤੇ ਖਟਾਸ ਨਹੀਂ ਰੱਖ। ਉਹ ਬੁਰੇ ਐਕਸਪੀਰੀਅੰਸ ਤੋਂ ਇੱਕ ਲੈਸਨ ਲੈ ਤੇ ਰਿਜ਼ਲਟ ਪਤਾ ਕੀ ਲੱਗੇ ਹੋਏਗਾ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ। ਤੂੰ ਆਪਣੇ ਹਰ ਇੱਕ ਸਾਈਕੋਸੋਮੈਟਿਕ ਡਿਜ਼ੀਜ਼ ਨੂੰ ਬਿਨਾਂ ਕਿਸੇ ਦਵਾਈ ਦੇ, ਬਿਨਾਂ ਕਿਸੇ ਸਰਜਰੀ ਦੇ ਹੀਲ ਕਰ ਸਕਦਾ ਹੈ। ਪਾਤਸ਼ਾਹ ਗੁਰਬਾਣੀ ਦੇ ਅੰਦਰ ਸਾਨੂੰ ਹਰ ਇੱਕ ਸ਼ਬਦ ਦੇ ਅੰਦਰ ਸਾਨੂੰ ਮੋਟੀਵੇਸ਼ਨਲ ਵਿਚਾਰਾਂ ਦੇ ਕੇ ਸਾਡੀ ਹੀਲਿੰਗ ਕਰਦੇ ਨੇ। ਪਾਤਸ਼ਾਹ ਕਹਿੰਦੇ ਬੁਰਾ ਨਹੀਂ, ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤੇ। ਸੋ ਹਰ ਇੱਕ ਬੁਰਾ ਜੋ ਤੇਰੇ ਨਾਲ ਹੋਇਆ ਨਾ, ਉਹਦੇ ਕੋਲੋਂ ਕੁਝ ਭਲਾ, ਉਹਦੇ ਕੋਲੋਂ ਕੁਝ ਚੰਗਾ ਸਿੱਖ, ਕਿਉਂਕਿ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਸੋ ਤੈਨੂੰ ਹਰ ਇੱਕ ਗਲਤੀ ਦੇ ਤੋਂ ਕੁਝ ਸਿੱਖਣਾ ਹੈ। ਸੋ ਕਹਿੰਦੇ ਅਕਲ ਜਿਹੜੀ ਹੈ ਨਾ ਉਹ ਬਦਾਮ ਖਾ ਕੇ ਨਹੀਂ ਆਂਦੀ, ਅਕਲ ਆਂਦੀ ਹੈ ਆਪਣੀਆਂ ਗਲਤੀਆਂ ਦੇ ਵਿੱਚੋਂ। ਜਦੋਂ ਅਸੀਂ ਆਪਣੇ ਆਪ ਨੂੰ ਸਵਾਰਦੇ ਹਾਂ, ਆਪਣੇ ਆਪ ਨੂੰ ਹੋਰ ਭਲਾ ਕਰਦੇ ਹਾਂ। ਸੋ ਜੇ ਅਸੀਂ ਅੱਜ ਗੁਰਬਾਣੀ ਦੀ ਇਸ ਜੀਵਨ ਜਾਂਚ ਦੇ ਨਾਲ ਜੁੜ ਜਾਈਏ, ਆਪਣੇ ਮਨ ਵਿੱਚੋਂ ਦੂਜਿਆਂ ਦੇ ਲਈ ਜੋ ਵੀ ਸਾਡੇ ਵਾਸਤੇ ਖਟਾਸ, ਕ੍ਰੋਧ ਹੈ, ਉਸ ਨੂੰ ਭੁਲਾ ਕੇ ਸ਼ੁਕਰਾਨੇ ਵਾਲੀ, ਰਜ਼ਾ ਵਾਲਾ ਅਗਰ ਅਸੀਂ ਜੀਵਨ ਜੀਂਦੇ ਹਾਂ ਤੇ ਅਸੀਂ ਬਿਨਾਂ ਦਵਾਈਆਂ ਤੋਂ, ਬਿਨਾਂ ਕਿਸੇ ਸਰਜਰੀ ਤੋਂ ਆਪਣੀ ਹਰ ਇੱਕ ਅੰਦਰ ਦੇ ਕੈਮੀਕਲ ਇੰਬੈਲੈਂਸ ਨੂੰ ਠੀਕ ਕਰ ਸਕਦੇ ਹਾਂ। ਆਪਣੇ ਅੰਦਰ ਹੈਪੀ ਹਾਰਮੋਨਸ ਪੈਦਾ ਕਰਕੇ ਆਪਣੀ ਹਰ ਇੱਕ ਦਰਦ ਨੂੰ ਖਤਮ ਕਰ ਸਕਦੇ। ਸੋ ਅੱਜ ਦਾ ਇਹ ਐਪੀਸੋਡ ਸੁਣਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੇ ਲਈ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।